हाँ जी वेलकम जी। की हाल चाल साਰਿਆਂ ਦਾ। ਸੋ ਵੈਲਕਮ ਆਪਣੀ ਅਨਦਰ ਲਾਈਵ ਤੇ ਦੇਖਦੇ ਹਾਂ ਮਾਰਕੀਟ ਦੇ ਵਿੱਚ ਲਾਸਟ ਵੀਕ ਕੀ ਹੋਇਆ, ਨੈਕਸਟ ਵੀਕ ਕੀ ਹੋਣ ਜਾ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਹਾਂ ਡੀਟੇਲ ਦੇ ਵਿੱਚ। ਸੋ ਹੋਪਫੁਲੀ ਸਾਰਿਆਂ ਦਾ ਵੀਕਐਂਡ ਵਧੀਆ ਜਾ ਰਿਹਾ ਹੋਊਗਾ, ਵਧੀਆ ਵੀਕਐਂਡ ਲੱਗਿਆ ਹੋਊਗਾ ਤੇ ਤੁਹਾਡੇ ਚੋਂ ਬਹੁਤ ਸਾਰੇ ਵੀਰ ਐਕਸਾਈਟਡ ਵੀ ਹੋਣੇ ਆ ਜਿਹੜੇ ਟਰੇਡ ਕਰਦੇ ਨੇ, ਕਿਉਂਕਿ ਕੱਲ ਆ ਰਿਹਾ ਮੰਡੇ ਮਾਰਕੀਟ ਓਪਨ ਹੋਣ ਜਾ ਰਹੀ ਹੈ। ਤੇ ਕਈ ਥੋੜੇ ਜਿਹੇ ਦੁਖੀ ਹੋਣੇ ਆ ਕਿਉਂਕਿ ਕੱਲ ਨੂੰ ਜੌਬਾਂ ਤੇ ਜਾਣਾ ਪੈਣਾ। ਸੋ ਐਵਰੀਬਡੀ ਹੈਵ ਅ ਡਿਫਰੈਂਟ ਸਿਚੁਏਸ਼ਨ, ਬਟ ਦੇਖਦੇ ਹਾਂ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਜਿਹਦੇ ਕਰਕੇ ਆਪਾਂ ਥੋੜ੍ਹੇ ਜਿਹੇ ਐਕਸਾਈਟਡ ਹੋਰ ਜ਼ਿਆਦਾ ਹੋ ਸਕੀਏ ਕਿ ਨੈਕਸਟ ਵੀਕ ਦੇ ਵਿੱਚ ਕਿੱਦਾਂ ਪੈਸਾ ਬਣਾਉਣਾ ਸਟਾਕ ਮਾਰਕੀਟ ਦੇ ਵਿੱਚ। ਸੋ ਤੁਹਾਨੂੰ ਆਲਰੇਡੀ ਪਤਾ ਹੀ ਹੋਣਾ ਆ ਕਿ ਅਰਨਿੰਗ ਸੀਜ਼ਨ ਸਟਾਰਟ ਹੋ ਗਿਆ। ਸੋ ਅਰਨਿੰਗ ਸੀਜ਼ਨ ਕੀ ਹੁੰਦਾ, ਮਤਲਬ ਕਿ ਜਦੋਂ ਕੰਪਨੀਆਂ ਆਪਣੀ ਕੁਆਟਰਲੀ ਅਰਨਿੰਗ ਡ੍ਰੌਪ ਕਰਦੀਆਂ ਨੇ ਜਾਂ ਰਿਲੀਜ਼ ਕਰਦੀਆਂ ਨੇ ਆਪਾਂ ਕਹਿ ਦਈਏ। ਸੋ ਐਵਰੀ ਥਰਡ ਮੰਥ ਤੋਂ ਬਾਅਦ ਕੰਪਨੀਆਂ ਜਿਹੜੀਆਂ ਆਪਣੀ ਅਰਨਿੰਗਸ ਰਿਲੀਜ਼ ਕਰਦੀਆਂ ਨੇ, ਜਿੱਦਾਂ ਹੁਣ ਪਹਿਲੇ 3 ਮਹੀਨਿਆਂ ਦੀ ਅਰਨਿੰਗ ਆ ਉਹ ਕੰਪਨੀਆਂ ਹੁਣ 4th ਮੰਥ ਦੇ ਵਿੱਚ ਰਿਲੀਜ਼ ਕਰਨਗੀਆਂ ਕਿ ਅਸੀਂ ਕੀ ਪੈਸੇ ਬਣਾਏ ਆ, ਕੀ ਘਾਟਾ ਖਾਦਾ, ਕਿੰਨੀ ਅਰਨਿੰਗ ਪਰ ਸ਼ੇਅਰ ਆ, ਇਹ ਸਾਰਾ ਕੁਝ। ਸੋ ਜੇ ਤੁਹਾਨੂੰ ਨਹੀਂ ਪਤਾ ਰਿਪੋਰਟ ਕਿੱਦਾਂ ਪੜ੍ਹਨੀ ਆ, ਡੂ ਨਾਟ ਵਰੀ, ਆਪਾਂ ਉਹਦੇ ਬਾਰੇ ਵੀ ਅੱਜ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ ਕੀ ਲੈ ਕੇ ਆ ਰਹੇ ਹਾਂ। ਸੋ ਲਾਸਟ ਵੀਕ ਬੈਂਕਾਂ ਦੀ ਅਰਨਿੰਗ ਆਈ ਸੀ। ਜੇ ਆਪਾਂ ਦੇਖੀਏ ਤਾਂ ਜਿਹੜੀ ਬੈਂਕਾਂ ਦੀ ਅਰਨਿੰਗ ਆ ਉਹ ਕਾਫੀ ਵਧੀਆ ਰਹੀ। ਉਹਦੇ ਨਾਲ ਕੀ ਹੈ ਕਿ ਥੋੜ੍ਹਾ ਜਿਹਾ ਮਾਰਕੀਟ ਨੂੰ ਇੱਕ ਬੂਸਟ ਜਿਹਾ ਆਪਾਂ ਕਹਿ ਸਕਦੇ ਮਿਲਿਆ, ਇੱਕ ਆਸ ਮਿਲੀ ਆ ਕਿ ਜਿਹੜੀਆਂ ਆਉਣ ਵਾਲੀਆਂ ਬਾਕੀ ਅਰਨਿੰਗਸ ਨੇ ਉਹ ਵੀ ਵਧੀਆ ਹੋ ਸਕਦੀਆਂ। ਪਰ ਇਹ ਆਉਣ ਵਾਲੇ ਵੀਕ ਦੇ ਵਿੱਚ ਪਤਾ ਲੱਗੂਗਾ ਆਪਾਂ ਨੂੰ। ਅਰਨਿੰਗ ਦਾ ਜਿਹੜਾ ਕੈਲੰਡਰ ਆ ਮੈਂ ਆਪਣੇ ਗਰੁੱਪ ਤੇ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰ ਦਿੱਤਾ ਸੀ। ਇੱਥੇ ਸਲਾਈਡ ਸ਼ੋਅ ਦੇ ਐਂਡ ਤੇ ਵੀ ਹੈਗਾ, ਜੇ ਤੁਸੀਂ ਸਕਰੀਨਸ਼ਾਟ ਕਰਨਾ ਤਾਂ ਬਾਅਦ ਦੇ ਵਿੱਚ ਕਰ ਲਿਓ। ਸੋ ਅਰਨਿੰਗ ਸੀਜ਼ਨ ਦੇ ਨਾਲ ਨਾਲ ਲਾਸਟ ਵੀਕ ਦੇ ਵਿੱਚ ਕੀ ਆਇਆ, ਸਭ ਤੋਂ ਜਿਹੜਾ ਇੰਪੋਰਟੈਂਟ ਸੀ CPI ਡਾਟਾ। ਸੋ CPI ਡਾਟਾ ਜੇ ਆਪਾਂ ਦੇਖੀਏ ਤਾਂ ਇੱਕ ਬਹੁਤ ਸੋਹਣੀ ਜੀ ਇੱਕ ਟ੍ਰੈਂਡ ਲਾਈਨ ਵੀ ਇੱਥੇ ਬਣ ਰਹੀ ਆ। ਸੋ ਫॉर ਲੁੱਕ ਐਟ ਕਿ ਜੂਨ ਦੇ ਵਿੱਚ CPI ਡਾਟਾ ਟੌਪ ਕੀਤਾ ਸੀ 9.1% ਤੇ ਉਸ ਤੋਂ ਬਾਅਦ ਗ੍ਰੈਜੂਅਲੀ ਡਿਕਰੀਜ਼ ਹੁੰਦਾ ਰਿਹਾ। ਸੋ ਲਾਸਟ ਮੰਥ ਦੇ ਵਿੱਚ ਜਿਹੜੀ ਐਕਸਪੈਕਟੇਸ਼ਨ ਸੀ ਜੇ ਆਪਾਂ ਥੱਲੇ ਦੇਖੀਏ ਤਾਂ 5.2% ਦੀ ਹੀ, ਪਰ ਜਿਹੜਾ CPI ਡਾਟਾ ਆਇਆ ਐਕਚੁਅਲ ਉਹ 5% ਆਇਆ। ਅਨਫੋਰਚੂਨੇਟਲੀ ਜਿੱਦਣ CPI ਡਾਟਾ ਆਇਆ ਆ ਉਦੋਂ ਮਾਰਕੀਟ ਕਾਫੀ ਇੱਕਦਮ ਡਰੋਪ ਹੋ ਗਈ ਸੀ, ਬਟ ਉਹ ਤੋਂ ਨੈਕਸਟ ਡੇ ਹੀ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ, PPI ਡਾਟਾ। ਠੀਕ ਹੈ। ਸੋ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਡਾਟਾ ਜਿਹੜਾ ਆਇਆ ਸੀ ਉਹ ਵੀ ਸੇਮ ਜਿੱਦਾਂ CPI ਡਾਟਾ ਬੜਾ ਵਧੀਆ ਆਇਆ ਉੱਦਾਂ ਹੀ ਉਹ ਆਇਆ ਸੀ। ਅਤੇ ਉਹਦੇ ਨਾਲ ਕੀ ਹੈ ਕਿ ਮਾਰਕੀਟ ਕਾਫੀ ਨੈਕਸਟ ਡੇ ਪੰਪ ਹੋ ਗਈ। ਜੇ ਤੁਸੀਂ ਦੇਖੋ ਲਾਸਟ ਵੀਕ ਦੇ ਵਿੱਚ ਵੈਨਸਡੇ ਅਤੇ ਥਰਸਡੇ ਦੀ ਮਾਰਕੀਟ, ਫਿਰ ਫਰਾਈਡੇ ਨੂੰ ਕੀ ਆ ਕਿ ਮਾਰਕੀਟ ਇੱਕ ਸੇਮ ਜੀ ਜਗ੍ਹਾ 'ਤੇ ਖਤਮ ਹੋਈ ਆ ਜਿੱਥੋਂ ਸਟਾਰਟ ਹੋਈ ਆ। ਕੁਛ ਬਾਹਲਾ ਆਪਾਂ ਕਹਿ ਨਹੀਂ ਸਕਦੇ, ਹਾਂ ਥੱਲੇ ਡਿੱਗੀ ਸੀ ਫਿਰ ਥੋੜ੍ਹਾ ਉੱਪਰ ਗਿਆ, ਉਹ ਸਾਰਾ ਕੁਝ ਹੋਇਆ। ਹੁਣ ਨੈਕਸਟ ਵੀਕ ਦੇ ਵਿੱਚ ਵੀ ਅਰਨਿੰਗਸ ਕਾਫੀ ਆਉਣੀਆਂ ਨੇ, ਉਹ ਮਾਰਕੀਟ 'ਤੇ ਕੀ ਅਸਰ ਪਾਉਂਦੀਆਂ ਥੋੜ੍ਹਾ ਜਿਹਾ ਉਹ ਵੀ ਮੇਨ ਦੇਖਣ ਵਾਲਾ ਹੋਊਗਾ। ਸੋ ਨੈਕਸਟ ਵੀਕਸ ਦੇ ਵਿੱਚ ਆਪਾਂ ਕੀ ਵੇਖ ਰਹੇ ਹਾਂ ਉੱਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ ਕਿ ਐਜ਼ ਆਈ ਪ੍ਰੋਮਿਸਡ ਕਿ ਜਦੋਂ ਵੀ ਆਪਣੇ YouTube ਦੇ ਉੱਪਰ ਹੋ ਗਏ 1000 ਸਬਸਕ੍ਰਾਈਬਰ, ਜੋ ਕਿ ਆਪਾਂ ਹਿੱਟ ਕਰ ਲਏ ਸੀ ਯੈਸਟਰਡੇ। ਅਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਕੰਗਰੈਚੂਲੇਸ਼ਨ, ਸਾਰਿਆਂ ਦਾ ਧੰਨਵਾਦ ਵੀ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕੀਤਾ ਆ। ਐਵਰੀ ਵਨ ਆਫ ਯੂ ਮੈਟਰ, ਜਿਹੜਾ ਵੀ ਸਬਸਕ੍ਰਾਈਬ ਕਰਦਾ ਜਾਂ ਸ਼ੇਅਰ ਕਰਦਾ ਆਪਣੀ ਵੀਡੀਓ ਨੂੰ ਜਾਂ ਵਾਚ ਕਰਦਾ ਵਾ। ਸੋ ਥੈਂਕ ਯੂ ਸਾਰਿਆਂ ਦਾ, ਜੇ ਚਾਹੇ ਤੁਸੀਂ ਇੱਕ ਵੀਡੀਓ ਵਾਚ ਕੀਤੀ ਹੈ, ਇੱਕ ਵੀਡੀਓ ਲਾਈਕ ਕੀਤਾ ਜਾਂ ਸਬਸਕ੍ਰਾਈਬ ਵੀ ਕੀਤਾ। ਸੋ ਸਾਰਿਆਂ ਦਾ ਧੰਨਵਾਦ। ਸੋ ਐਜ਼ ਆਈ ਪ੍ਰੋਮਿਸਡ ਕਿ ਜਦੋਂ ਵੀ 1000 ਸਬਸਕ੍ਰਾਈਬਰ ਹੋ ਗਏ ਆਪਾਂ ਕਰਾਂਗੇ ਇੱਕ ਫ੍ਰੀ ਬੂਟ ਕੈਂਪ, ਜਿੱਦਾਂ ਆਪਾਂ ਲਾਸਟ ਵਾਲਾ ਕੀਤਾ ਸੀ ਸਟਾਕ ਮਾਰਕੀਟ ਦੇ ਬੇਸਿਕ ਬਾਰੇ, ਅਤੇ ਕਾਫੀ ਵਧੀਆ ਲਾਈਕ ਕੀਤਾ ਸਾਰਿਆਂ ਨੇ। ਸੋ ਇੱਦਾਂ ਹੀ ਆਪਾਂ ਹੁਣ ਨੈਕਸਟ ਬੂਟ ਕੈਂਪ ਲੈ ਕੇ ਆਵਾਂਗੇ ਇਸ ਵੀਕਐਂਡ 'ਤੇ ਸੈਟਰਡੇ ਜਾਂ ਸੰਡੇ। ਸੋ ਦਿਨ ਅਜੇ ਮੈਂ ਡਿਸਾਈਡ ਨਹੀਂ ਕੀਤਾ, ਆਪਣੇ ਮੈਂ ਟੈਲੀਗ੍ਰਾਮ ਚੈਨਲ ਦੇ ਵਿੱਚ ਜਾਂ ਇੰਸਟਾਗ੍ਰਾਮ 'ਤੇ ਸਾਰਿਆਂ ਦੇ ਪੋਲ ਪਾ ਦੂੰਗਾ ਕਿ ਸੈਟਰਡੇ ਚਾਹੁੰਦੇ ਆ ਜਾਂ ਸੰਡੇ ਵੀ ਚਾਹੁੰਦੇ ਆ, ਅਤੇ ਜਿਹਦੀ ਵੋਟਿੰਗ ਜ਼ਿਆਦਾ ਹੈਗੀ ਉਸ ਦਿਨ ਆਪਾਂ ਰੱਖ ਲਾਂਗੇ ਸੈਟਰਡੇ ਜਾਂ ਸੰਡੇ, ਜਿਹੜਾ ਵੀ ਇੱਕ ਦਿਨ ਤੁਸੀਂ ਡਿਸਾਈਡ ਕਰੋਗੇ ਜਾਂ ਜ਼ਿਆਦਾ ਜਾਣੇ ਜਿਹੜੇ ਸਾਈਡ 'ਤੇ ਹੋਣਗੇ। ਅਤੇ ਉਹਦੇ ਵਿੱਚ ਆਪਾਂ ਕਰਾਂਗੇ ਅਰਨਿੰਗ ਰਿਪੋਰਟ ਡੀਟੇਲ ਦੇ ਵਿੱਚ ਕਿੱਦਾਂ ਪੜ੍ਹਨੀ ਆ, ਕਿਹੜੇ ਕਿਹੜੇ ਨੰਬਰਸ ਨੇ, ਕੀ ਉਹਨਾਂ ਦਾ ਮਤਲਬ ਆ, ਕਿੱਦਾਂ ਆਪਾਂ ਰੀਡ ਕਰਨਾ, ਕਿਹੜੀ ਵੈਬਸਾਈਟ 'ਤੇ ਰੀਡ ਕਰਨਾ, A to Z ਸਾਰੀਆਂ ਚੀਜ਼ਾਂ ਦੀ ਗੱਲਬਾਤ। ਆਈ ਵਿਸ਼ ਕਿ ਆਪਾਂ ਇਸ ਵੀਕਐਂਡ 'ਤੇ ਹੀ ਕਰ ਲੈਂਦੇ ਉਹਨੂੰ, ਕਿਉਂਕਿ ਅਰਨਿੰਗ ਸੀਜ਼ਨ ਸ਼ੁਰੂ ਹੋਣਾ। ਪਰ ਚਲੋ ਜਦੋਂ ਪਰਮਾਤਮਾ ਨੂੰ ਜਿਹੜੀ ਚੀਜ਼ ਮਨਜ਼ੂਰ ਆ ਉਹ ਉਦੋਂ ਹੀ ਹੋਣੀ ਆ। ਸੋ ਇਹ ਆਪਾਂ ਕਰਾਂਗੇ ਜੀ ਅਰਨਿੰਗ ਸੀਜ਼ਨ ਦਾ ਜਿਹੜਾ ਅਰਨਿੰਗ ਰਿਪੋਰਟ ਦਾ ਬੂਟ ਕੈਂਪ ਆ ਨੈਕਸਟ ਵੀਕਐਂਡ 'ਤੇ। ਟਾਈਮਿੰਗ ਮੈਂ ਤੁਹਾਨੂੰ ਦੱਸ ਦੂੰਗਾ, ਡੇ ਤੁਹਾਨੂੰ ਮੈਂ ਦੱਸ ਦੂੰਗਾ ਕਿ ਕਿਹੜੇ ਦਿਨ ਆ, ਸੈਟਰਡੇ ਜਾਂ ਸੰਡੇ, ਅਤੇ ਕਿੰਨੇ ਵਜੇ ਆ। ਸੋ ਕਾਫੀ ਵਧੀਆ ਤੁਸੀਂ ਲਰਨ ਕਰ ਸਕਦੇ ਹੋ। ਹੋਰ ਵੀ ਅਰਨਿੰਗਸ ਆਉਣ ਵਾਲੀਆਂ ਨੇ, ਉਸ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕਦੇ ਆ। ਖਾਸ ਕਰਕੇ ਜੇ ਇਨਵੈਸਟਿੰਗ ਕਰਨੀ ਆ ਕਿ ਕਿੱਦਾਂ ਇਨਵੈਸਟਿੰਗ ਕਰਨੀ, ਕਿਹੜੀ ਅਰਨਿੰਗ ਰਿਪੋਰਟ ਆ, ਕਿੱਦਾਂ ਪੜ੍ਹਨੀ ਆ, ਉਹਨਾਂ ਸਾਰੀਆਂ ਚੀਜ਼ਾਂ ਦੀ ਗੱਲਬਾਤ। ਸੋ ਹੁਣ ਇਸ ਤੋਂ ਨੈਕਸਟ ਆਪਣਾ ਕੀ ਹੈ ਜੀ ਕਿ ਕਿਹੜੇ ਸਟਾਕ ਜਾਂ ਕੀ ਹੋ ਰਿਹਾ ਨੈਕਸਟ ਵੀਕ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਰੀਜਨਲ ਬੈਂਕਸ। ਸੋ ਬਹੁਤ ਸਾਰੇ ਵੀਰ ਪੁੱਛਦੇ ਆ FRC ਦੇ ਸਟਾਕ ਦਾ ਕੀ ਬਣਨਾ, ਜਾਂ ਦੂਸਰੇ ਕੋਈ ਉਹਨਾਂ ਨੇ ਹੋਰ ਛੋਟੀਆਂ ਬੈਂਕਾਂ ਦੇ ਸਟਾਕ ਬਾਏ ਕੀਤੇ ਹੋਏ ਨੇ, ਚਾਰਲਸ ਸ਼ਵੈਬ ਦਾ ਸਟਾਕ ਆ ਉਹਨਾਂ ਦਾ ਕੀ ਬਣਨਾ। ਸੋ ਉਹਦੀ ਥੋੜ੍ਹੀ ਜਿਹੀ ਪਿਕਚਰ ਆਪਾਂ ਨੂੰ ਕਲੀਅਰ ਹੋਈ ਆ, ਜਿੱਦਾਂ ਮੈਂ ਲਾਸਟ ਵੀਕਐਂਡ 'ਤੇ ਵੀ ਤੁਹਾਨੂੰ ਦੱਸਿਆ ਸੀ
ਕਿ ਜੇ ਅਰਨਿੰਗ ਵੱਡੀਆਂ ਬੈਂਕਾਂ ਦੀ ਵਧੀਆ ਆਉਂਦੀ ਆ ਤਾਂ ਉਹਦਾ ਕੌਨਫੀਡੈਂਸ ਮਿਲੂਗਾ ਆਪਾਂ ਨੂੰ। ਤਾਂ ਲਾਸਟ ਵੀਕ ਦੇ ਐਂਡ ਤੇ ਤੁਸੀਂ ਦੇਖੋ JP Morgan ਦੀ, ਸਿਟੀ ਗਰੁੱਪ ਦੀ ਅਰਨਿੰਗ ਵਧੀਆ ਆਈ, ਵੈਲਸ ਫਾਰਗੋ ਦੀ ਵੀ ਮਾੜੀ ਨਹੀਂ ਸੀ। ਸੋ ਵੱਡੀਆਂ ਬੈਂਕਾਂ ਨੇ ਤੇ ਇਹ ਸ਼ੋਅ ਕਰਤਾ ਕਿ ਵੀ ਆਰ ਸੋਲਿਡ। ਠੀਕ ਹੈ, ਹੁਣ ਵਾਰੀ ਹੈ ਇਸ ਵੀਕ ਦੇ ਵਿੱਚ ਛੋਟੀਆਂ ਬੈਂਕਾਂ ਦੀ। ਚਾਰਲਸ ਸ਼ਵੈਬ ਦੀ ਅਰਨਿੰਗ ਆਉਣੀ ਹੈ। ਠੀਕ ਹੈ, ਇਸ ਤੋਂ ਬਾਅਦ ਹੋਰ ਛੋਟੀਆਂ ਬੈਂਕਾਂ ਦੀ ਅਰਨਿੰਗ ਆ ਰਹੀ ਹੈ ਨੈਕਸਟ ਵੀਕ ਦੇ ਵਿੱਚ, ਜਿਹੜੀ ਕਿ ਇੱਕ ਆਪਾਂ ਕਹਿ ਸਕਦੇ ਹਾਂ ਬੂਸਟ ਮਿਲੂਗਾ। ਜੇ ਉਹਨਾਂ ਦੀ ਅਰਨਿੰਗ ਵਧੀਆ ਆ ਗਈ ਤਾਂ FRC ਜਾਂ ਇੱਦਾਂ ਦੇ ਸਾਰੇ ਜਿਹੜੇ ਸਟਾਕ ਆ ਉਹਨਾਂ ਨੂੰ ਉਹ ਪੰਪ ਹੋਣ ਦਾ ਚਾਂਸ ਆ। ਬਟ ਡਿਪੈਂਡਿੰਗ ਅਪੋਨ ਕਿ ਅਰਨਿੰਗ ਆਉਂਦੀ ਕਿੱਦਾਂ ਦੀ ਆ। ਸੋ ਵੱਡੀਆਂ ਬੈਂਕਾਂ ਨੇ ਤੇ ਆਪਾਂ ਨੂੰ ਇੱਕ ਮੈਸੇਜ ਦੇ ਦਿੱਤਾ ਕਿ ਵੀ ਆਰ ਗੁੱਡ, ਬਟ ਹੁਣ ਆ ਗਈ ਛੋਟੀਆਂ ਬੈਂਕਾਂ ਦੀ, ਰੀਜਨਲ ਬੈਂਕਾਂ ਦੀ ਵਾਰੀ। ਉਹ ਦੇਖਦੇ ਆ ਕੀ ਕਹਿੰਦੀਆਂ। ਉਸ ਤੋਂ ਬਾਅਦ ਨੈਕਸਟ ਵੀਕ ਦੇ ਵਿੱਚ ਹੋਰ ਕੀ ਹੋਣ ਜਾ ਰਿਹਾ ਜੀ, ਨੈਟਫਲਿਕਸ ਦੀ ਅਰਨਿੰਗ ਆ। ਸੋ ਨੈਟਫਲਿਕਸ ਦੀ ਅਰਨਿੰਗ ਆਉਣੀ ਆ ਟਿਊਜ਼ਡੇ ਨੂੰ। ਇਹਦੇ ਚਾਰਟ ਤੇ ਆਪਾਂ ਥੋੜਾ ਜਿਹਾ ਜਾਵਾਂਗੇ, ਕੀ ਕਹਿ ਰਿਹਾ ਆਪਾਂ ਨੂੰ, ਕਿਹੜੀ ਸਾਈਡ ਨੂੰ ਆਪਾਂ ਟਰੇਡ ਕਰ ਸਕਦੇ ਆ, ਉਹ ਥੋੜਾ ਜਿਹਾ ਦੇਖਦੇ ਆ। ਟੈਸਲਾ ਦੀ ਅਰਨਿੰਗ ਆ ਰਹੀ ਹੈ ਵੈਨਸਡੇ ਨੂੰ। ਸੋ ਟੈਸਲਾ ਦੀ ਅਰਨਿੰਗ ਕਾਫੀ ਇੱਕ ਹੌਟ ਟੌਪਿਕ ਆ ਜੀ। ਟੈਸਲਾ ਦੀ ਅਰਨਿੰਗ ਦੇ ਵਿੱਚ ਜਿੱਦਾਂ ਮੈਂ ਲਾਸਟ ਵੀਕਐਂਡ ਤੇ ਵੀ ਗੱਲ ਕੀਤੀ ਸੀ, ਸ਼ਾਇਦ ਤੁਸੀਂ ਮੇਰੇ ਕਹਿਣ ਤੇ ਜਾਂ ਆਪ ਸੋਚ ਕੇ ਵੀ ਕਿਸੇ ਨੇ ਪੋਜੀਸ਼ਨ ਬਣਾਈ ਹੋਵੇ ਟੈਸਲਾ ਦੀ ਅਰਨਿੰਗ ਦੇ ਰਿਲੇਟਡ। ਹੋਪਫੁਲੀ ਆਪਾਂ ਨੂੰ ਪੋਜ਼ਿਟਿਵ ਅਰਨਿੰਗ ਹੀ ਮਿਲੇ। ਦੋ ਕੁ ਚੀਜ਼ਾਂ ਨੇ ਜਿਹੜੀਆਂ ਆਪਾਂ ਟੈਸਲਾ ਦੀਆਂ ਮੇਨ ਦੇਖਣੀਆਂ ਅਰਨਿੰਗ ਦੇ ਵਿੱਚ, ਜਿਹੜੀਆਂ ਇੱਥੇ ਕਾਫੀ ਅਸਰ ਪਾ ਸਕਦੀਆਂ। ਬਟ ਆਈ ਵਿਲ ਬੀ ਵਿਲਿੰਗ ਟੂ ਗੈਟ ਆਊਟ ਆਫ ਟੈਸਲਾ ਸਟਾਕ ਉਸ ਤੋਂ ਪਹਿਲਾਂ ਹੀ, ਟਿਊਜ਼ਡੇ ਨੂੰ ਹੀ ਅਰਨਿੰਗ ਆਉਣ ਤੋਂ ਪਹਿਲਾਂ, ਜੇ ਵਧੀਆ ਮੂਵ ਕਰ ਜਾਂਦਾ ਤਾਂ। ਠੀਕ ਹੈ, ਸੋ ਇੱਕ ਤੇ ਇਹ ਹੈ ਕਿ ਜਿਹੜੀ ਮੈਗਾ ਪੈਕ ਉਹਨਾਂ ਨੇ ਫੈਕਟਰੀ ਲਗਾ ਰਿਹਾ ਸ਼ੰਘਾਈ ਦੇ ਵਿੱਚ, ਉਹਦੀ ਆਪਾਂ ਦੇਖਣੀ ਹੈ ਕਿ ਕੀ ਉਹ 'ਤੇ ਸਪੈਂਡਿੰਗ ਹੋਊਗੀ, ਉਹਦੇ ਖਰਚੇ ਬਾਰੇ ਕੀ ਗੱਲਬਾਤ ਕਰਦੇ ਆ। ਸੈਕੰਡ ਚੀਜ਼ ਆਪਾਂ ਦੇਖਣੀ ਹੈ ਕਿ ਜਿਹੜੇ ਇਹਨਾਂ ਨੇ ਪ੍ਰਾਈਸ ਘਟਾਏ ਆ, ਉਹਦਾ ਇਹਨਾਂ ਨੇ ਇਹੀ ਕਾਰਨ ਦਿੱਤਾ ਕਿ ਵੀ ਆਰ ਸੈਲਿੰਗ ਐਵਰੀ ਕਾਰ ਵੀ ਆਰ ਮੇਕਿੰਗ, ਜਾਣੀ ਕਿ ਸਾਡੀਆਂ ਚੀਜ਼ਾਂ ਵੇਚ ਰਹੀਆਂ ਨੇ ਤੇ ਅਸੀਂ ਕਿਹਾ ਕੋਈ ਗੱਲ ਨਹੀਂ, ਥੋੜੀ ਸਸਤੀ ਕਰਕੇ ਵੀ ਚਾਹੇ ਵੇਚ ਦਿਓ। ਉਹਦਾ ਇਹਨਾਂ ਦੀ ਰੈਵਨਿਊ ਕੀ ਡਰੋਪ ਹੋਈ ਆ ਜਾਂ ਇਨਕਰੀਜ਼ ਹੋਈ ਆ, ਪ੍ਰੋਫਿਟ ਮਾਰਜਨ 'ਤੇ ਕਿੰਨਾ ਕੁ ਫਰਕ ਪਿਆ, ਉਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ। ਟੈਸਲਾ ਦਾ ਮਾਰਜਨ ਵਧੀਆ, ਪਰ ਜੇ ਪ੍ਰਾਈਸ ਘਟਾਇਆ ਉਹਦੇ ਨਾਲ ਕਿੰਨਾ ਕੁ ਫਰਕ ਪਿਆ ਵਾ, ਉਹ ਆਪਣੀ ਮੇਨ ਚੀਜ਼ ਦੇਖਣ ਵਾਲੀ ਹੋਊਗੀ। ਬਟ ਆਈ ਵਿਲ ਬੀ ਵਿਲਿੰਗ ਟੂ ਐਗਜ਼ਿਟ ਬਿਫੋਰ ਅਰਨਿੰਗ, ਕਿਉਂਕਿ ਮੋਸਟ ਆਫ ਦਾ ਟਾਈਮ ਜੇ ਅਰਨਿੰਗ ਮਾੜੀ ਆ ਜਾਂਦੀ ਫਿਰ ਤੇ ਥੱਲੇ ਡਿੱਗਣਾ ਹੀ ਆ। ਜੇ ਵਧੀਆ ਵੀ ਆ ਜਾਂਦੀ ਹੈ, ਕਈ ਵਾਰੀ ਸੈਲ ਦਾ ਨਿਊਜ਼ ਹੋ ਜਾਂਦਾ ਜੇ ਟੈਸਲਾ ਦਾ ਸਟਾਕ ਜ਼ਿਆਦਾ ਪੰਪ ਕਰ ਜੇ ਤਾਂ। ਸੋ ਗੁੱਡ ਲੱਕ ਸਾਰਿਆਂ ਨੂੰ ਜਿਹੜੇ ਵੀ ਇਹਦੇ ਵਿੱਚ ਹੈਗੇ ਆ। ਉਸ ਤੋਂ ਬਾਅਦ ਯੂਨਾਈਟਿਡ ਏਅਰਲਾਈਨ ਦੀ ਅਰਨਿੰਗ ਆ ਨੈਕਸਟ ਵੀਕ ਦੇ ਵਿੱਚ। ਜੇ ਆਪਾਂ ਦੇਖੀਏ ਤਾਂ ਏਅਰਲਾਈਨ ਦੀ ਅਰਨਿੰਗ ਬੜੀ ਵਧੀਆ ਨਹੀਂ ਆ ਰਹੀ, ਈਵਨ ਦੋ ਕਿ ਜਿਹੜਾ ਆਉਣ ਵਾਲਾ ਸੀਜ਼ਨ ਆਪਾਂ ਜੇ ਦੇਖੀਏ ਸਮਰ ਦਾ ਥੋੜਾ ਜਿਹਾ ਟਰੈਵਲਿੰਗ ਵਾਲਾ ਜਾਂ ਉਹ ਸਾਰਾ ਸੀਜ਼ਨ ਹੋਊਗਾ। ਬਟ ਫਿਰ ਵੀ ਡੈਲਟਾ ਏਅਰਲਾਈਨ ਦੀ ਅਰਨਿੰਗ ਜ਼ਿਆਦਾ ਵਧੀਆ ਨਹੀਂ ਆਈ। ਜੇ ਤੁਸੀਂ ਦੇਖੋ ਤਾਂ ਅਮਰੀਕਨ ਏਅਰਲਾਈਨ ਨੇ ਵੀ ਆਲਰੇਡੀ ਕਹਿ ਦਿੱਤਾ ਸੀ ਕਿ ਸਾਡੇ ਰਿਜ਼ਲਟ ਇੰਨੇ ਜ਼ਿਆਦਾ ਵਧੀਆ ਨਹੀਂ, ਅਸੀਂ ਐਕਸਪੈਕਟ ਕਰ ਰਹੇ ਫਸਟ ਕੁਆਰਟਰ ਦੇ ਤੇ ਫਿਊਚਰ ਦੇ। ਦੇਖੋ ਯੂਨਾਈਟਿਡ ਏਅਰਲਾਈਨ ਵੀ ਕੀ ਸੇਮ ਹੀ ਬਾਸਕਟ ਦੇ ਵਿੱਚ ਹੁੰਦੀ ਆ, ਤੇ ਇਹ ਵੀ ਇਹਦੀ ਅਰਨਿੰਗ ਵੀ ਵਧੀਆ ਨਹੀਂ ਆਉਂਦੀ ਤੇ ਡਰੋਪ ਹੁੰਦਾ ਆ। ਸੋ ਜੇ ਆਪਾਂ ਡੈਲਟਾ ਤੇ ਅਮਰੀਕਨ ਏਅਰਲਾਈਨ ਦੀ ਗੱਲਬਾਤ ਦੇਖੀਏ ਤੇ ਡੈਲਟਾ ਏਅਰਲਾਈਨ ਦੀ ਅਰਨਿੰਗ ਦੇਖੀਏ ਤਾਂ ਥੋੜ੍ਹੇ ਜਿਹੇ ਨੈਗੇਟਿਵ ਪਰਸਪੈਕਟ ਹੈਗਾ ਆਪਣਾ ਕਿ ਯੂਨਾਈਟਿਡ ਏਅਰਲਾਈਨ ਦੀ ਅਰਨਿੰਗ ਵੱਲ। ਬਟ ਇਹੀ ਆ ਕਿ ਕਿਸੇ ਸਾਈਡ ਨੂੰ ਵੀ ਅਰਨਿੰਗ ਜਾ ਸਕਦੀ ਆ, ਉਹ ਆਪਣੇ ਹੱਥ ਦੇ ਵਿੱਚ ਨਹੀਂ ਹੁੰਦਾ। ਬਟ ਲੁਕਿੰਗ ਐਟ ਦਾ ਜੇ ਆਪਾਂ ਇਹ ਏਅਰਲਾਈਨ ਵਾਲਾ ਇੱਕ ਸੈਕਟਰ ਦੇਖਦੇ ਹਾਂ ਤਾਂ ਉਹ ਆਪਾਂ ਨੂੰ ਇੰਡੀਕੇਸ਼ਨ ਦੇ ਰਿਹਾ। ਸਪਾਈ ਦੀ ਮਾਰਕੀਟ ਦੀ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਚਾਰਟ ਦੇ ਵਿੱਚ ਜਾ ਕੇ, ਕਿ ਸਪਾਈ ਆਪਾਂ ਨੂੰ ਕੀ ਕਹਿ ਰਿਹਾ, ਚਾਰਟਸ ਇਹਦੇ ਕੀ ਕਹਿ ਰਹੇ ਨੇ, ਉਹਨੂੰ ਹੁਣ ਥੋੜ੍ਹਾ ਜਿਹਾ ਦੇਖਦੇ ਹਾਂ। ਬਾਕੀ ਜੇ ਕੋਈ ਤੁਹਾਡਾ ਕਿਸੇ ਸਟਾਕ ਦੇ ਰਿਲੇਟਡ ਕੁਐਸਚਨ ਹੈਗਾ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਇੱਥੇ ਲਾਈਵ ਚੈਟ ਦੇ ਵਿੱਚ ਪਾ ਦਿਓ, ਉਹਦਾ ਵੀ ਮੈਂ ਆਨਸਰ ਕਰ ਦੂੰਗਾ ਇਫ ਯੂ ਹੈਵ ਐਨੀ ਕੁਐਸਚਨ। ਸੋ ਲੈਟਸ ਗੋ ਟੂ ਚਾਰਟ। ਚਾਰਟ ਤੇ ਜਾਣ ਤੋਂ ਪਹਿਲਾਂ ਆ ਅਰਨਿੰਗ ਕੈਲੰਡਰ ਆ ਜੀ, ਜੇ ਕਿਸੇ ਨੇ ਸਕਰੀਨਸ਼ਾਟ ਲੈਣਾ ਆ ਤੇ ਲੈ ਲਿਓ, ਤੇ ਬਾਕੀ ਮੈਂ ਗਰੁੱਪ ਦੇ ਵਿੱਚ ਵੀ ਪਾ ਦਿੱਤਾ। ਬਟ ਜੇ ਤੁਸੀਂ ਗਰੁੱਪ ਦੇ ਵਿੱਚ ਨਹੀਂ ਆ ਤਾਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਗਰੁੱਪ ਦਾ ਲਿੰਕ ਹੈਗਾ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਕਾਫੀ ਵਧੀਆ ਫਸਟ ਬੈਂਕ ਦੀ ਅਰਨਿੰਗ ਆ, ਚਾਰਲਸ ਸ਼ਵੈਬ ਦੀ ਮਾਰਨਿੰਗ ਦੇ ਵਿੱਚ ਆ, ਫਸਟ ਬੈਂਕ ਦੀ ਆਫਟਰਨੂਨ ਦੇ ਵਿੱਚ ਆ, ਜੌਨਸਨ ਐਂਡ ਜੌਨਸਨ ਦੀ ਆ, ਗੋਲਡਮੈਨ ਸੱਚ ਦੀ ਆ, ਬੈਂਕ ਆਫ ਅਮਰੀਕਾ ਦੀ ਅਰਨਿੰਗ ਆ, ਨੈਟਫਲਿਕਸ ਦੀ, ਯੂਨਾਈਟਿਡ ਏਅਰਲਾਈਨ ਦੀ। ਸੋ ਕਾਫੀ ਵੱਡੀਆਂ ਅਰਨਿੰਗਾਂ ਹੈਗੀਆਂ ਨੇ, ASML ਦੀ, ਮੋਰਗਨ ਸਟੈਨਲੇ ਦੀ, ਟੈਸਲਾ, IBM। ਉਸ ਤੋਂ ਬਾਅਦ ਅੱਗੇ ਗੱਲ ਕਰ ਲਈਏ ਤਾਂ TSMC, AT&T। ਸੋ ਇੱਥੇ ਕੋਈ ਖਾਸ ਸੀਗੇਟ ਦੀ ਅਰਨਿੰਗ ਆ, ਤੇ ਅੱਗੇ ਜਾ ਕੇ ਆਪਾਂ ਨੂੰ ਕੋਈ ਖਾਸ ਕੰਪਨੀ ਮੇਰੇ ਇੰਨੇ ਹੈ ਨਹੀਂ ਧਿਆਨ ਦੇ ਵਿੱਚ। ਸੋ ਬਟ ਇਹ ਹੈ ਕਿ ਇਹਨਾਂ ਸਾਰੀਆਂ ਵਧੀਆ ਕੰਪਨੀਆਂ ਦੀ ਅਰਨਿੰਗ ਹੈਗੀ। ਅਰਨਿੰਗ ਵਿਸਪਰ ਤੋਂ ਜਾ ਕੇ ਤੁਸੀਂ ਇਹ ਕੈਲੰਡਰ ਇਹਨਾਂ ਦਾ ਡਾਊਨਲੋਡ ਕਰ ਸਕਦੇ ਹੋ। ਸੋ ਹੁਣ ਜੇ ਆਪਾਂ ਗੱਲਬਾਤ ਕਰੀਏ ਚਾਰਟਸ ਦੀ, ਤਾਂ ਚਾਰਟ ਆਪਾਂ ਨੂੰ ਕੀ ਕਹਿ ਰਹੇ ਨੇ। ਸੋ ਲੈਟਸ ਲੁੱਕ ਐਟ, ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ AI ਦਾ ਚਾਰਟ ਖੁੱਲ੍ਹਾ ਹੋਇਆ। ਚਲੋ AI ਦਾ ਹੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਆ। AI ਦਾ ਮੇਨ ਕੀ ਆ ਕਿ $20 ਤੇ 50 ਸੈਂਟ ਤੱਕ, ਪਰ $20 50 ਸੈਂਟ ਤੋਂ ਜੇ ਪਹਿਲਾਂ ਆਪਾਂ ਦੇਖੀਏ ਤਾਂ ਲਾਸਟ ਵੀਕ ਦੇ ਵਿੱਚ ਇਹਨੇ ਇੱਕ ਹੋਰ ਏਰੀਆ ਥੋੜ੍ਹਾ ਜਿਹਾ ਬਣਾਇਆ ਹੋਇਆ ਸਪੋਰਟ ਵਾਲਾ, ਜਿਹੜਾ ਕਿ ਹੈਗਾ ਅਰਾਊਂਡ $21 50 ਸੈਂਟ ਵਾਲਾ। ਸੋ $21 50 ਸੈਂਟ ਵਾਲਾ ਏਰੀਆ ਵੀ ਹੈਗਾ ਜਿੱਥੇ ਆਣ ਕੇ ਵਾਰ-ਵਾਰ ਖੜ ਰਿਹਾ। ਆਈ ਵਿਲ ਬੀ ਵਿਲਿੰਗ ਟੂ ਗੈਟ ਇਨ। ਜੇ $21 20 ਸੈਂਟ 'ਤੇ ਆਉਂਦਾ ਉੱਪਰੋਂ ਆ ਟਰੈਂਡ ਲਾਈਨ ਥੱਲੇ ਜਿਹਨੂੰ ਬਣ ਰਹੀ ਆ, ਜੇ $21 50 ਸੈਂਟ 'ਤੇ ਆਣ ਕੇ ਖੜ ਕੇ ਉੱਪਰ ਜਾਂਦਾ ਤਾਂ 22.50 ਨੂੰ ਬ੍ਰੇਕ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਵੀ ਕੈਨ ਸੀ ਨੈਕਸਟ ਪੁਸ਼ ਅਰਾਊਂਡ
$25 ਤੇ ਤੱਕ ਜਾ ਸਕਦਾ ਜੇ ਆਪਾਂ ਇਹ ਦੇਖੀਏ ਤਾਂ। ਸੋ $21.50 ਤੇ ਖੜਦਾ, ਉੱਥੋਂ ਬਾਉਂਸ ਕਰਦਾ, $22.50 ਨੂੰ ਬ੍ਰੇਕ ਕਰਦਾ, ਜਿਹੜੀ ਕਿ ਇੱਕ ਆ ਟਰੈਂਡ ਲਾਈਨ ਜੀ ਡਾਊਨ ਟਰੈਂਡ ਲਾਈਨ ਬਣ ਰਹੀ ਹੈ, ਠੀਕ ਹੈ। ਇਹਨੂੰ ਬ੍ਰੇਕ ਕਰ ਜਾਂਦਾ ਤਾਂ ਉੱਪਰ ਜਾਣ ਦੇ ਚਾਂਸ ਨੇ, ਕਿਉਂਕਿ ਇੱਕ ਡਿਸੈਂਡਿੰਗ ਟਰਾਇੰਗਲ ਬਣ ਰਹੀ ਹੈ, ਉਹਦਾ ਇਹਨੇ ਰੈਜ਼ਿਸਟੈਂਸ ਜਿਹੜਾ ਵਾ ਉਹ ਤੋੜ ਜਾਣਾ, ਉੱਪਰ ਨੂੰ ਨਿਕਲਣ ਦੇ ਚਾਂਸ ਹੈਗੇ ਨੇ। ਨੈਕਸਟ ਆਪਾਂ ਦੇਖਦੇ ਹਾਂ ਜੀ ਟੈਸਲਾ। ਸੋ ਇੱਥੇ ਚੱਲ ਜਾਂਦੇ, ਯੂਨਾਈਟਿਡ ਏਅਰਲਾਈਨ ਤੋਂ ਸ਼ੁਰੂ ਕਰ ਲੈਂਦੇ ਹਾਂ। ਸੋ ਯੂਨਾਈਟਿਡ ਏਅਰਲਾਈਨ ਕੀ ਕਰ ਰਿਹਾ, ਲੈਟਸ ਗੋ ਟੂ ਡੇਲੀ ਕੈਂਡਲ। ਸੋ ਡੇਲੀ ਕੈਂਡਲ ਆਪਾਂ ਨੂੰ ਕੀ ਦੱਸ ਰਹੀ ਹੈ ਯੂਨਾਈਟਿਡ ਏਅਰਲਾਈਨ ਦੀ, ਇਫ ਵੀ ਲੁੱਕ ਐਟ ਰਾਈਟ ਹੇਅਰ ਤਾਂ $41 ਵਾਲਾ ਏਰੀਆ ਕਿੰਨੇ ਫੜਿਆ ਹੋਇਆ, ਜਿੱਥੋਂ ਵਾਰ-ਵਾਰ ਬਾਉਂਸ ਹੋ ਰਿਹਾ। $41 ਵਾਲੇ ਏਰੀਏ ਤੋਂ ਵਾਰ-ਵਾਰ ਬਾਉਂਸ ਹੋ ਕੇ ਤੇ ਉੱਪਰ ਜਾਂਦਾ, ਉੱਪਰ ਜਾਂਦਾ, ਉੱਪਰ ਜਾਂਦਾ, ਤੇ ਕਿਹੜੇ ਏਰੀਏ ਤੋਂ ਡਿੱਗ ਰਿਹਾ, ਜਿੱਥੋਂ ਵਾਰ-ਵਾਰ ਟੱਚ ਹੋ ਕੇ ਫਿਰ ਦੁਬਾਰਾ ਥੱਲੇ ਡਿੱਗੀ ਜਾਂਦਾ, ਉਹ ਜੇ ਤੁਸੀਂ ਦੇਖੋਗੇ ਤਾਂ ਅਰਾਊਂਡ ਦਿਸ ਇਜ਼ ਦਾ ਏਰੀਆ, ਆਪਾਂ ਕਹਿ ਦਈਏ 4475 ਜਾਂ $45। ਸੋ ਇਹਦੇ ਵਿੱਚ ਮੂਵ ਕਰ ਰਿਹਾ। ਜੇ ਅਰਨਿੰਗ ਵਧੀਆ ਵੀ ਆਉਂਦੀ ਆ ਤੇ $45 ਨੂੰ ਬ੍ਰੇਕ ਕਰ ਜਾਂਦਾ, ਡੈਟ ਵਿਲ ਬੀ ਗੁੱਡ ਮੂਵ। ਜੇ ਨਹੀਂ ਵਧੀਆ ਆਉਂਦੀ ਅਰਨਿੰਗ ਤਾਂ ਆਪਾਂ ਇਹੀ ਦੇਖ ਸਕਦੇ ਹਾਂ ਕਿ $45 ਤੋਂ ਜਾ ਕੇ ਰਿਜੈਕਸ਼ਨ ਹੋਣ ਦੇ ਇਹਦੀ ਕਾਫੀ ਜ਼ਿਆਦਾ ਚਾਂਸ ਨੇ। ਈਦਰ ਵੇ ਜਿੱਦਾਂ ਦੀ ਵੀ ਅਰਨਿੰਗ ਆਉਂਦੀ ਆ, ਬਟ ਇਹ ਦੋ ਏਰੀਏ ਜਿਹੜੇ ਨੇ ਇਹਨਾਂ ਨੂੰ ਆਪਾਂ ਪਲੇ ਕਰ ਸਕਦੇ ਹਾਂ ਯੂਨਾਈਟਿਡ ਏਅਰਲਾਈਨ ਦੇ। $41.10 ਤੇ ਜੇ ਕਿਤੇ ਕੱਲ੍ਹ ਆ ਵੀ ਜਾਂਦਾ ਆ ਤਾਂ ਸਪੋਰਟ ਤੋਂ ਉੱਥੋਂ ਬਾਉਂਸ ਕਰਦਾ ਤਾਂ ਆਪਾਂ ਉੱਥੇ ਇਨ ਹੋ ਸਕਦੇ ਹਾਂ ਇਸ ਸਟਾਕ ਦੇ ਵਿੱਚ, ਤੇ $44.75 ਤੇ ਨਿਕਲਣਾ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਗੁੱਡ ਆਈਡੀਆ ਹੋਊਗਾ, ਅਨਲੈਸ ਤੁਸੀਂ ਅਰਨਿੰਗ ਤੋਂ ਬਾਹਰ ਵੀ ਹੋਲਡ ਕਰਨਾ ਕਿ ਹਾਂ ਅਰਨਿੰਗ ਵੀ ਮੈਂ ਇੱਕ ਗੈਂਬਲ ਕਰਨੀ ਆ, ਓਵਰਨਾਈਟ ਅਰਨਿੰਗ ਦੇ ਲਈ ਵੀ ਹੋਲਡ ਕਰਨਾ, ਉਹ ਤੁਹਾਡੀ ਚੋਇਸ ਹੋ ਸਕਦੀ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰਦੇ ਹਾਂ ਨੈਕਸਟ ਤਾਂ ਟੈਸਲਾ ਆ ਗਿਆ ਜੀ। ਸੋ ਟੈਸਲਾ ਦਾ ਸਟਾਕ ਕੀ ਕਰ ਰਿਹਾ, ਸੋ ਲੈਟਸ ਗੋ ਟੂ ਆਵਰਲੀ ਕੈਂਡਲ। ਉੱਥੇ ਥੋੜ੍ਹਾ ਜਿਹਾ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ ਟੈਸਲਾ ਦੇ ਵਿੱਚ। ਸੋ ਟੈਸਲਾ ਦੇ ਵਿੱਚ ਕੀ ਹੋ ਰਿਹਾ ਜੀ, ਸੋ ਦਿਸ ਇਜ਼ ਦਾ ਏਰੀਆ ਜਿਹੜਾ ਮੈਨੂੰ ਲੱਗਦਾ ਜ਼ਿਆਦਾ ਇੱਕ ਸੋਲਿਡ ਆ, $176 ਵਾਲਾ, ਬਟ ਉਸ ਤੋਂ ਉੱਪਰ ਵੀ ਥੋੜ੍ਹਾ ਜਿਹਾ ਰਿਹਾ 2 ਦਿਨ। ਜੇ ਆਪਾਂ ਦੇਖੀਏ 176 ਤੱਕ ਆਇਆ ਨਹੀਂ, 180 ਤੋਂ 182 ਤੋਂ ਵਾਪਸ ਮੁੜਦਾ ਰਿਹਾ। ਸੋ ਲੈਟਸ ਗੋ ਬੈਕ ਟੂ ਡੇਲੀ ਕੈਂਡਲ। ਸੋ 176.50 ਤੋਂ ਆਣ ਕੇ ਵਾਪਸ ਮੁੜਿਆ, ਉਸ ਤੋਂ ਬਾਅਦ 180 ਤੋਂ ਉੱਪਰ ਹੀ ਰਿਹਾ ਵਾ। ਬਟ ਜੇ ਤੁਸੀਂ ਦੇਖੋ ਇਸ ਚਾਰਟ ਦੇ ਵਿੱਚ ਤਾਂ ਤੁਹਾਨੂੰ ਇੱਕ ਸਭ ਤੋਂ ਵਧੀਆ ਚੀਜ਼ ਦਿਖਾਈ ਦੇਊਗੀ ਕਿ ਇਹ 50 ਡੇ ਮੂਵਿੰਗ ਐਵਰੇਜ ਨੂੰ ਟੱਚ ਕਰਕੇ ਉੱਥੋਂ ਰਿਜੈਕਟ ਹੋਇਆ। ਜਾਣੀ ਕਿ ਜੇ ਆਪਾਂ ਡਾਲਰ ਅਮਾਊਂਟ ਦੇ ਵਿੱਚ ਦੇਖਦੇ ਹਾਂ ਤਾਂ ਉਹ ਆ ਰਹੀ ਆ ਅਰਾਊਂਡ 190 187 191 ਜਾਂ 87 ਜਾਂ 192 ਕਹਿ ਲਓ। ਉਹ ਇੱਕ ਇੱਥੇ ਪਾਸਟ ਦੇ ਵਿੱਚ ਇੱਕ ਵਧੀਆ ਸਪੋਰਟ ਵੀ ਬਣ ਰਹੀ ਸੀ, ਜਿਹੜੀ ਹੁਣ ਇਹਨੂੰ ਰੈਜ਼ਿਸਟੈਂਸ ਦੇ ਸਕਦੀ ਹੈ ਟੈਸਲਾ ਦੇ ਸਟਾਕ ਨੂੰ। ਸੋ ਆਈ ਵਿਲ ਬੀ ਸੀਇੰਗ ਕਿ ਜੇ ਇਹ ਕੱਲ੍ਹ ਨੂੰ ਉੱਪਰ ਜਾਂਦਾ ਵੀ ਆ, ਪੰਪ ਹੁੰਦਾ ਵੀ ਆ ਟੈਸਲਾ ਦਾ ਸਟਾਕ, ਤਾਂ ਕੀ $192 ਨੂੰ 192.50 ਨੂੰ ਬ੍ਰੇਕ ਕਰ ਪਾਉਂਦਾ। ਜੇ $192 ਜਾਂ 192.50 ਨੂੰ ਬ੍ਰੇਕ ਕਰਦਾ ਦੈਨ ਵੀ ਕੈਨ ਸੀ ਕਿ $200 ਤੱਕ ਜਾ ਸਕਦਾ। ਜੇ ਉੱਥੋਂ ਕਿਤੇ ਰਿਜੈਕਟ ਹੁੰਦਾ ਆ ਤਾਂ ਫਿਰ ਇਹਦੇ ਚਾਂਸ ਕਾਫੀ ਘੱਟ ਜਾਣਗੇ ਉੱਪਰ ਜਾਣ ਦੇ। ਬਟ ਵੀ ਆਰ ਸੀਇੰਗ ਕਿ ਜੇ ਇਹ ਇਸੇ ਟਰੈਂਡ ਦੇ ਵਿੱਚ ਉੱਪਰ ਜਿੱਦਾਂ 180 ਤੋਂ ਮੁੜਿਆ, ਫਿਰ ਅਗਲੇ ਦਿਨ 182 ਤੋਂ ਮੁੜਿਆ, ਜੇ ਇੱਦਾਂ ਹੀ ਰਹਿੰਦਾ ਆ ਤਾਂ $192 ਵਾਲਾ ਮੇਨ ਏਰੀਆ ਹੋਊਗਾ ਜਿਹਨੂੰ ਆਪਾਂ ਵਾਚ ਕਰਾਂਗੇ ਕਿ ਕੀ ਉਹਨੂੰ ਬ੍ਰੇਕ ਕਰਦਾ ਜਾਂ ਨਹੀਂ। ਜੇ ਉੱਥੋਂ ਰਿਜੈਕਟ ਹੁੰਦਾ ਆ ਦੈਨ ਵੀ ਨੀਡ ਟੂ ਬੀ ਥਿੰਕ ਅਬਾਊਟ ਇਟ ਕਿ ਸ਼ਾਇਦ ਆਪਾਂ ਨੂੰ ਇੱਥੇ ਹੀ ਨਿਕਲਣਾ ਪਵੇ। ਬਟ ਜੇ ਉਹਨੂੰ ਬ੍ਰੇਕ ਕਰਦਾ ਤਾਂ ਇਹ ਵਧੀਆ ਸਾਈਨ ਹੋਣਗੇ ਕਿ 200 ਤੱਕ ਜਾ ਸਕਦਾ। ਸੋ ਇਹ ਤਾਂ ਸੀ ਕਿ ਆਪਣਾ ਯੂਨਾਈਟਿਡ ਏਅਰਲਾਈਨ ਦੀ AI ਦੀ ਗੱਲ ਕੀਤੀ, ਟੈਸਲਾ ਦੀ ਗੱਲ ਕੀਤੀ ਆ। ਨੈਕਸਟ ਲੈਟਸ ਮੂਵ ਔਨ ਟੂ ਨੈਟਫਲਿਕਸ। ਸੋ ਨੈਟਫਲਿਕਸ ਦਾ ਜੇ ਤੁਹਾਨੂੰ ਯਾਦ ਹੋਵੇ ਲਾਸਟ ਵੀਕ ਵੀ ਸ਼ਾਇਦ ਆਪਾਂ ਗੱਲ ਕੀਤੀ ਸੀ ਜਾਂ ਉੱਥੋਂ ਪਹਿਲਾਂ ਕਿ $147.50 ਵਾਲਾ ਏਰੀਆ ਤੁਹਾਨੂੰ ਮੈਂ ਦੱਸਿਆ ਸੀ ਅਰਾਊਂਡ ਦਿਸ, ਠੀਕ ਹੈ। ਸੋ 147.50 ਵਾਲਾ ਉੱਥੋਂ ਇਹ ਰਿਜੈਕਟ ਹੋਇਆ ਲਾਸਟ ਵੀਕ ਦੇ ਵਿੱਚ ਆਲਮੋਸਟ 1 ਵਾਰੀ 2 ਵਾਰੀ 3 ਵਾਰੀ। ਸੋ 147.50 ਵਾਲੇ ਏਰੀਏ ਤੋਂ ਵਾਰ-ਵਾਰ ਰਿਜੈਕਟ ਹੋ ਰਿਹਾ। ਇਹ ਤੁਹਾਨੂੰ ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਜਦੋਂ ਵੀ ਕੋਈ ਅਰਨਿੰਗ ਆਉਂਦੀ ਆ ਉਦੋਂ ਸਪੋਰਟ ਰੈਜ਼ਿਸਟੈਂਸ ਇੰਨਾ ਮੈਟਰ ਨਹੀਂ ਕਰਦਾ, ਬਟ ਅਰਨਿੰਗ ਤੋਂ ਪਹਿਲਾਂ ਉਸ ਏਰੀਏ ਤੋਂ ਆਪਾਂ ਟਰੇਡ ਲੈ ਸਕਦੇ ਹਾਂ। ਸੋ ਲੈਟਸ ਸੀ ਕਿ ਕੀ ਕੱਲ੍ਹ ਇਹ ਅਰਨਿੰਗ ਆਉਣ ਤੋਂ ਪਹਿਲਾਂ, ਪਰਸੋਂ ਅਰਨਿੰਗ ਆਉਣੀ ਹੈ, ਕੱਲ੍ਹ 147.50 ਤੱਕ ਜਾਂਦਾ, ਜੇ ਉੱਥੋਂ ਰਿਜੈਕਸ਼ਨ ਦੇ ਚਾਂਸ ਮਿਲਦੇ ਆ ਤਾਂ ਆਪਾਂ ਇਹਦੇ ਵਿੱਚ ਟਰੇਡ ਸ਼ਾਰਟ ਸਾਈਡ ਵੱਲ ਵੀ ਕਰ ਸਕਦੇ ਹਾਂ ਨੈਟਫਲਿਕਸ ਦੀ। ਬਟ ਜੇ ਤੁਸੀਂ ਅਰਨਿੰਗ ਲਈ ਹੋਲਡ ਕਰਨਾ ਤਾਂ ਲੁਕਿੰਗ ਐਟ ਨੈਟਫਲਿਕਸ ਮੈਨੂੰ ਲੱਗਦਾ ਕਿ ਸ਼ਾਇਦ ਇਹਦੀ ਪੋਜ਼ੀਟਿਵ ਅਰਨਿੰਗ ਹੋਵੇ, ਦੈਟ ਇਜ਼ ਮਾਈ ਗੈਸ ਆਪਾਂ ਕਹਿ ਸਕਦੇ ਹਾਂ, ਜਾਂ ਗੈਂਬਲ, ਬਟ ਵੀ ਨੈਵਰ ਨੋ ਕਿ ਕਿੱਧਰ ਨੂੰ ਜਾਣੀ ਆ। ਇਹ ਮੈਂ ਆਲਵੇਜ਼ ਰਿਪੀਟ ਕਰਦਾ ਕਿ ਅਰਨਿੰਗ ਦਾ ਇਹ ਨਹੀਂ ਕਿ ਆਪਾਂ ਜੋ ਕਹਿ ਰਹੇ 100% ਆਉਣੀ ਆ, ਜਾਂ ਤਾਂ ਉਹ ਤੋਂ ਪਹਿਲਾਂ ਪਲੇ ਕਰੋ ਅਰਨਿੰਗ ਤੋਂ ਤੇ ਪਹਿਲਾਂ ਹੀ ਬਾਹਰ ਆ ਜਾਓ, ਜਾਂ ਅਰਨਿੰਗ ਆਉਣ ਤੋਂ ਬਾਅਦ ਵਿੱਚ ਪਲੇ ਕਰੋ ਤੇ ਫਿਰ ਬਾਅਦ 'ਚ ਬਾਹਰ ਆ ਜਾਓ। ਜਿਹੜਾ ਅਰਨਿੰਗ ਆਉਣ ਤੋਂ ਪਹਿਲਾਂ ਰੱਖ ਬਾਏ ਕਰ ਲੈਣਾ ਤੇ ਉਹਨੂੰ ਓਵਰਨਾਈਟ ਹੋਲਡ ਕਰਨਾ ਅਰਨਿੰਗ ਆਉਣ ਤੱਕ, ਉਹ ਥੋੜ੍ਹਾ ਜਿਹਾ ਕੀ ਹੈ ਕਿ ਇੱਕ ਗੈਂਬਲ ਆ, ਕਿਉਂਕਿ ਅਰਨਿੰਗ ਕਿਸੇ ਸਾਈਡ 'ਤੇ ਵੀ ਆ ਸਕਦੀ ਆ। ਸੋ ਲੈਟਸ ਸੀ 147.50 ਤੇ ਜੇ ਜਾਂਦਾ ਉੱਥੋਂ ਥੱਲੇ ਡਿੱਗਦਾ ਜਾਂ ਨਹੀਂ। ਸੈਕਿੰਡ ਚੀਜ਼ ਤੁਸੀਂ ਇਸ ਚਾਰਟ ਦੇ ਵਿੱਚ ਕੀ ਦੇਖ ਰਹੇ ਆ ਕਿ $330 347.50 ਤੇ $330 ਤੇ ਜਿਹੜੀ ਆ
ਇਹਦੀ 50 ਡੇ ਮੂਵਿੰਗ ਐਵਰੇਜ ਆ ਰਹੀ ਹੈ ਜਿਹੜੀ ਕਿ ਸਪੋਰਟ ਇੱਕ ਬਣ ਸਕਦੀ ਹੈ। 330-50 ਆਪਾਂ ਕਹਿ ਰਹੀਏ, ਉਹਨੂੰ ਵੀ 2 ਵਾਰੀ ਟੱਚ ਕਰਕੇ ਉੱਪਰ ਗਿਆ। ਸੋ ਉਹ ਵੀ ਆਪਾਂ ਦੇਖਾਂਗੇ ਕਿ ਕੀ 330-50 ਤੇ ਆਣ ਕੇ ਖੜਦਾ। ਸੋ ਕਿਸੇ ਇੱਕ ਸਾਈਡ ਨੂੰ ਜ਼ਰੂਰ ਇਹਨੇ ਮੂਵ ਕਰਨੀ ਹੈ ਕੱਲ੍ਹ, ਜਾਂ ਤੇ ਉੱਪਰ ਨੂੰ ਕਰੂਗਾ ਉੱਥੋਂ ਰਿਜੈਕਟ ਹੁੰਦਾ, ਜਾਂ ਥੱਲੇ ਨੂੰ ਆਣ ਕੇ ਇੱਥੋਂ ਬਾਟਮ ਲੈਂਦਾ, ਕਿਹੜੀ ਸਾਈਡ 'ਤੇ ਲੈਂਦਾ ਉਹ ਆਪਾਂ ਦੇਖਾਂਗੇ ਕੱਲ੍ਹ ਨੂੰ। ਸੋ ਇਹ ਹੋ ਗਿਆ ਜੀ ਆਪਣਾ ਨੈਟਫਲਿਕਸ ਦਾ ਲੇਖਾ ਜੋਖਾ। ਨੈਕਸਟ ਆਪਾਂ ਜਾਂਦੇ ਹਾਂ ਸਪਾਈ 'ਤੇ। ਸੋ ਸਪਾਈ ਜੇ ਆਪਾਂ ਦੇਖੀਏ ਤਾਂ ਕਾਫੀ 2-3 ਵੀਕ ਪਹਿਲਾਂ ਇੱਕ ਆਪਾਂ ਵਾਲੀ ਟ੍ਰੈਂਡ ਲਾਈਨ ਜੀ ਬਣਾਈ, ਫਲੈਗ ਜਿਹਾ ਬਣਾਇਆ ਸੀ, ਇੱਕ ਬਾਟਮ ਟ੍ਰੈਂਡ ਲਾਈਨ ਅਪ ਤੇ ਇੱਕ ਫਲੈਗ ਬਣ ਰਿਹਾ, ਉਹਦੇ ਵਿੱਚ ਹੀ ਆ ਫਿਲਹਾਲ। 50 ਡੇ ਮੂਵਿੰਗ ਐਵਰੇਜ ਤੱਕ ਮੇਰਾ ਆਈਡੀਆ ਹੈਗਾ ਕਿ ਇੱਕ ਵਾਰੀ ਤੇ ਆਊਗਾ, ਪਤਾ ਨਹੀਂ ਕਦੋਂ ਆਵੇ। ਉਤੋਂ ਵੀ ਥੱਲੇ ਚੱਲ ਜਾਂਦਾ ਫਿਰ ਤੇ ਆਪਾਂ ਕਾਫੀ ਡ੍ਰੌਪ ਦੇਖਣ ਨੂੰ ਮਿਲ ਸਕਦੀ ਆ, ਪਰ ਜੇ ਇਹਨੂੰ ਆਣ ਕੇ ਰੀਟੈਸਟ ਕਰਕੇ ਵੀ ਉੱਪਰ ਜਾਂਦਾ ਤਾਂ ਉਹ ਆਪਣੀ ਲਈ ਆਪਾਂ ਇੱਕ ਪੋਜ਼ਿਟਿਵ ਚੀਜ਼ ਹੀ ਕਵਾਂਗੇ ਮਾਰਕੀਟ ਦੇ ਲਈ। ਬਾਕੀ ਮਾਰਕੀਟ ਦੇ ਵਿੱਚ ਓਵਰਆਲ ਸਿਨੈਰੀਓ ਜੇ ਸਾਰੇ ਇਹੀ ਹੈ ਕਿ ਰਿਸੈਸ਼ਨ ਆ ਰਿਹਾ ਜਾਂ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਉਹ ਚੱਲ ਰਹੀਆਂ ਨੇ। ਸਿਨੈਰੀਓ ਓਵਰਆਲ ਚੇਂਜ ਨਹੀਂ ਹੋਇਆ। ਬੈਂਕਾਂ ਦੀ ਅਰਨਿੰਗ ਕਿੱਦਾਂ ਦੀ ਆਉਂਦੀ ਆ, ਅਰਨਿੰਗਸ ਕੰਪਨੀਆਂ ਕਿੱਦਾਂ ਦਿੰਦੀਆਂ, ਇਹ ਬਹੁਤ ਮੈਟਰ ਕਰੂਗਾ। ਬਟ ਐਂਡ ਆਫ ਦਾ ਡੇ ਫੈਡ ਦੀ ਜਿਹੜੀ ਨੈਕਸਟ ਮੀਟਿੰਗ ਆਉਣੀ ਆ ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਬਾਅਦ 'ਚ ਗੱਲ ਕਰਦੇ ਹਾਂ, ਉਹ ਵੀ ਬਹੁਤ ਮੈਟਰ ਕਰੂਗੀ। ਸੋ ਸਪਾਈ ਕਿੱਥੋਂ ਡਿੱਗ ਰਿਹਾ ਜੀ? ਸਪਾਈ ਇਸ ਏਰੀਆ ਤੋਂ ਡਿੱਗ ਰਿਹਾ, ਇੱਥੋਂ ਡਿੱਗਿਆ। ਸੋ ਜੇ ਤੁਹਾਨੂੰ ਯਾਦ ਹੋਵੇ, ਇਫ ਵੀ ਗੋ ਆਲਮੋਸਟ 2 ਮੰਥ ਬੈਕ, ਤਾਂ ਤੁਹਾਨੂੰ ਇੱਥੇ ਆਪਾਂ ਦੱਸਿਆ ਸੀ ਕਿ ਸਪਾਈ ਨੇ ਕੀ ਇੱਕ ਅਨਗਲਫਿੰਗ ਕੈਂਡਲ ਬਣਾ ਲਈ ਆ, ਠੀਕ ਹੈ, ਜਿਹੜੀ ਆਪਾਂ ਬੀਰਿਸ਼ ਅਨਗਲਫ ਦੀ ਗੱਲ ਕਰਦੇ ਥੋੜ੍ਹੀ ਜਿਹੀ, ਨਾਟ 100% ਬਟ ਉੱਦਾਂ ਦੀ। ਤੇ ਇੱਥੋਂ ਬਾਹਰ ਸਪਾਈ ਡਿੱਗ ਸਕਦਾ ਤਾਂ ਉਹ ਡਿੱਗਿਆ ਵੀ ਸੀ। ਸੇਮ ਏਰੀਏ ਤੋਂ ਫਰਾਈਡੇ ਨੂੰ ਸਪਾਈ ਨੇ ਜਾ ਕੇ ਰਿਜੈਕਸ਼ਨ ਲਈ ਹੋਈ ਆ। ਬਾਟਮ ਇਹਦੀ ਬਹੁਤ ਵਧੀਆ ਬਣ ਰਹੀ ਆ 410 ਵਾਲੇ ਏਰੀਏ ਤੇ। ਜੇ ਆਪਾਂ ਗੱਲਬਾਤ ਕਰੀਏ ਤਾਂ 410410 ਵਾਲਾ ਏਰੀਆ ਜਿਹੜਾ ਵਾ ਆ ਰੈਜ਼ਿਸਟੈਂਸ ਬਣਿਆ ਸੀ ਪਾਸਟ ਦੇ ਵਿੱਚ, ਬਹੁਤ ਵਧੀਆ ਸਪੋਰਟ ਬਣੀ ਆ। ਸੋ ਸਪਾਈ ਆਪਣੇ ਕਾਫੀ ਵਧੀਆ ਇੱਕ ਲੈਵਲ ਜਿਹੜੇ ਆ ਇੱਥੇ 407-50 ਵਾਲੇ ਤੇ ਰੈਜ਼ਿਸਟੈਂਸ ਬਣਿਆ ਸੀ, ਸਪੋਰਟ ਬਣਿਆ ਵਧੀਆ, ਉਹਨਾਂ ਨੂੰ ਕਾਫੀ ਫੋਲੋ ਕਰ ਰਿਹਾ। ਨੈਕਸਟ ਜੇ ਆਪਾਂ ਦੇਖੀਏ 400 ਜਿਹੜਾ 1475 ਵਾਲਾ ਏਰੀਆ ਜਾਂ 415 ਦੇ ਨੇੜੇ ਤੇੜੇ ਜੇ ਬ੍ਰੇਕ ਕਰਦਾ ਵੀ ਆ ਤਾਂ ਵੀ ਆਰ ਲੁਕਿੰਗ ਐਟ ਕਿ 418 ਤੱਕ ਇਹ ਜਾ ਸਕਦਾ। ਉੱਥੇ ਜਾ ਕੇ ਸ਼ਾਇਦ ਆ ਟ੍ਰੈਂਡ ਲਾਈਨ ਜਿਹੜੀ ਉੱਪਰ ਜਾ ਰਹੀ ਹੈ ਫਿਰ ਇਹਨੂੰ ਟੱਚ ਕਰੇ, ਉੱਥੋਂ ਰਿਜੈਕਟ ਹੋਵੇ ਤਾਂ ਫਿਰ ਥੱਲੇ ਡਿੱਗ ਸਕਦਾ। ਸੋ ਇਹ ਆਪਾਂ ਸਪਾਈ ਦੇ ਵਿੱਚ ਐਕਸਪੈਕਟ ਕਰ ਰਹੇ ਹਾਂ। ਸ਼ਾਇਦ ਇਸ ਵੀਕ ਦੇ ਵਿੱਚ ਜੇ ਪੰਪ ਜਿਹਾ ਕਰਦਾ, ਅਰਨਿੰਗ ਹੋਰ ਵਧੀਆ ਆ ਜਾਂਦੀਆਂ ਜਿਹੜੀਆਂ ਕੱਲ੍ਹ ਮਾਰਨਿੰਗ ਦੇ ਵਿੱਚ ਵੀ ਆਉਣੀਆਂ, ਤਾਂ ਇਹਦੇ ਪੰਪ ਹੋਣ ਦੇ ਥੋੜ੍ਹੇ ਜਿਹੇ ਚਾਂਸ ਹੈਗੇ ਆ। ਸੋ ਇਹ ਤਾਂ ਹੈ ਆਪਣੀ ਓਵਰਆਲ ਮਾਰਕੀਟ ਦੀ ਗੱਲਬਾਤ। ਇਹਨੂੰ ਇੱਕ ਵਾਰੀ ਆਪਾਂ 15 ਮਿੰਟ ਜਾਂ 1 ਆਵਰ ਦੇ ਵਿੱਚ ਵੀ ਦੇਖ ਲੈਂਦੇ ਹਾਂ ਕੀ ਕਹਿ ਰਿਹਾ ਕੁਛ ਖਾਸ। ਸੋ 1 ਆਵਰ ਦੇ ਵਿੱਚ ਥੋੜ੍ਹਾ ਅਪ ਟ੍ਰੈਂਡ ਦੇ ਵਿੱਚ ਹੀ ਆ, ਠੀਕ ਹੈ। ਲੋਅਰ ਹਾਈਸ ਬਣਾ ਰਿਹਾ ਸਪਾਈ। ਸੋ ਇਹ ਆਪਾਂ ਨੂੰ ਦੇਖ ਰਿਹਾ ਹਾਇਰ ਹਾਈਜ਼ ਵੀ ਉੱਪਰ ਦੀ ਉੱਪਰ, ਹਾਈ ਦੀ ਹਾਈ 1 ਆਵਰ ਦੇ ਵਿੱਚ ਬਣਾ ਰਿਹਾ। ਤੇ ਇੱਕ ਅਪ ਟ੍ਰੈਂਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਪਾਈ ਫॉर ਰਾਈਟ ਨਾਓ ਲਾਸਟ ਵੀਕ ਦੇ ਵਿੱਚ ਥੋੜ੍ਹਾ ਜਿਹਾ ਹੈਗਾ, ਈਵਨ ਦੋ ਕਿ ਆਪਣਾ CPI ਡਾਟਾ ਆਉਣ ਤੋਂ ਬਾਅਦ ਡਿੱਗਿਆ ਵੀ ਸੀ, ਬਟ ਅਗਲੇ ਦਿਨ ਕਾਫੀ ਵਧੀਆ ਰਿਕਵਰ ਕਰ ਗਿਆ। ਸੋ ਨੈਕਸਟ ਹੁਣ ਮਾਰਕੀਟ ਦੇ ਵਿੱਚ ਥੋੜ੍ਹੇ ਜਿਹੇ 2-3 ਨੈਕਸਟ ਵੀਕ ਦੇ ਵਿੱਚ ਈਵੈਂਟ ਆਉਣੇ ਨੇ, ਉਹਨਾਂ ਨੂੰ ਮੈਂ ਟੱਚ ਕਰ ਲੈਣਾ। ਵੈਸੇ ਤਾਂ ਪਹਿਲਾਂ ਕਰਨਾ ਸੀ ਪਰ ਚਲੋ ਰਹਿ ਗਏ, ਉਹਨਾਂ ਨੂੰ ਟੱਚ ਕਰ ਦਿੰਦੇ ਹਾਂ। ਸੋ 2-3 ਸਪੀਕਰਾਂ ਨੇ ਬੋਲਣਾ ਡਿਜੀਟਲ ਕਰੰਸੀ ਬਾਰੇ, ਠੀਕ ਹੈ। ਡਿਜੀਟਲ ਕਰੰਸੀ ਬਾਰੇ, ਥੋੜ੍ਹਾ ਜਿਹਾ US ਬੈਂਕਿੰਗ ਸਿਸਟਮ ਦੇ ਬਾਰੇ। ਐਗਜ਼ੈਕਟ ਟਾਈਮ ਨਹੀਂ ਮੈਨੂੰ ਪਤਾ, ਪਰ ਡੇਟ ਵੀ ਤੁਹਾਨੂੰ ਮੈਂ ਉੱਥੋਂ ਦੇਖ ਕੇ ਦੱਸ ਦੂੰਗਾ। ਪਰ ਆਪਾਂ ਜਿਹੜਾ ਐਵਰੀਡੇ ਕੈਲੰਡਰ ਪਾਉਂਦੇ ਹੁੰਦੇ ਆ ਕਿ ਕਿਹੜੇ ਈਵੈਂਟ ਆ ਰਹੇ ਨੇ ਨੈਕਸਟ ਡੇ ਦੇ ਵਿੱਚ, ਉਹਨਾਂ ਵਿੱਚ ਉਹ ਹੋਊਗਾ ਹੀ। ਡਿਜੀਟਲ ਕਰੰਸੀ ਬਾਰੇ ਗੱਲਬਾਤ ਕਰਨੀ ਹੈ, ਕ੍ਰਿਪਟੋ ਬਾਰੇ ਗੱਲਬਾਤ ਕਰਨੀ ਹੈ, ਉਹਦੇ ਰੈਗੂਲੇਸ਼ਨ ਬਾਰੇ, ਉਹਦੇ ਨਾਲ ਬਿਟਕੋਇਨ ਜਿਹੜਾ ਥੋੜ੍ਹਾ ਜਿਹਾ ਵੋਲੇਟਾਈਲ ਹੋ ਸਕਦਾ, ਤੇ ਉਹਦੇ ਰਿਲੇਟਡ ਜਿਹੜੇ ਸਟਾਕ ਨੇ ਮਾਰਾ ਤੇ ਰਾਈਟ, ਜਿਹੜੇ ਕਿ ਆਪਣੇ ਲਾਸਟ ਵੀਕ ਦੇ ਵਿੱਚ ਆਲਮੋਸਟ ਸਾਰਾ ਵੀਕ ਹੀ ਜੇ ਆਪਾਂ ਦੇਖੀਏ ਤਾਂ ਵਾਚ ਲਿਸਟ ਦੇ ਵਿੱਚ ਸੀ ਤੇ ਕਾਫੀ ਵਧੀਆ ਮੂਵ ਕੀਤੇ। ਸੋ ਜੇ ਤੇ ਉਹ ਥੋੜ੍ਹੀ ਜਿਹੀ ਪੋਜ਼ਿਟਿਵ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਫਿਰ ਬੂਸਟ ਮਿਲਣ ਦੇ ਚਾਂਸ ਹੈਗੇ ਆ। ਜੇ ਬਿਟਕੋਇਨ ਦੀ ਗੱਲਬਾਤ ਕਰੀਏ ਤਾਂ ਉਹਨੂੰ ਵੀ ਬੂਸਟ ਮਿਲਣ ਦੇ ਚਾਂਸ ਹੈਗੇ ਆ। ਇਫ ਯੂ ਲੁੱਕ ਐਟ BTC ਵੀਕਐਂਡ ਤੇ ਕਿੱਥੇ ਰੁਕ ਰਿਹਾ, ਤਾਂ BTC 31,000 ਨੂੰ ਟੱਚ ਕਰਕੇ ਥੱਲੇ ਆ ਰਿਹਾ। ਸੋ ਲੈਟਸ ਲੁੱਕ ਐਟ ਕਿ ਕੀ BTC ਇਸ ਸਪੋਰਟ ਨੂੰ ਹੋਲਡ ਕਰ ਜਾਂਦਾ ਜਾਂ ਨਹੀਂ। 29,500 ਵਾਲੇ ਏਰੀਏ ਨੂੰ ਹੋਲਡ ਕਰਦਾ, ਇਹ ਤੋਂ ਥੱਲੇ ਨਹੀਂ ਡਿੱਗਣਾ ਚਾਹੀਦਾ। ਬੇਸਿਕਲੀ 29,500 ਵਾਲੇ ਏਰੀਏ ਨੂੰ ਹੋਲਡ ਕਰੇ ਤਾਂ ਬੜਾ ਵਧੀਆ। ਤੇ ਜੇ ਹੋਲਡ ਕਰਕੇ ਉੱਪਰ ਜਾਂਦਾ, ਕੱਲ੍ਹ ਮਾਰਨਿੰਗ ਤੱਕ ਬਹੁਤ ਮੈਟਰ ਕਰਦਾ ਕਿ ਉਸੇ ਤਰੀਕੇ ਨਾਲ ਹੀ ਮਾਰਾ ਤੇ ਰਾਈਟ ਜਾਣਗੇ। ਬਟ ਨੈਕਸਟ ਵੀਕ ਦੇ ਵਿੱਚ ਉਹ ਸਪੀਕਰ ਕੀ ਕਹਿੰਦੇ ਨੇ, ਉਹ ਵੀ ਬਹੁਤ ਬਿਟਕੋਇਨ ਨੂੰ ਹਿਲਾ ਸਕਦੇ ਨੇ। ਸੋ ਜੇ ਤੁਸੀਂ BTC ਦੇ ਵਿੱਚ ਥੋੜ੍ਹਾ ਪਲੇ ਕਰਦੇ ਹੋ, ਕ੍ਰਿਪਟੋ ਦੇ ਵਿੱਚ, ਜਾਂ ਤੁਸੀਂ ਨਾਲ ਦੀ ਨਾਲ ਮਾਰਾ ਜਾਂ ਰਾਈਟ ਦੇ ਸਟਾਕ ਪਲੇ ਕਰਨੇ ਆ, ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਪੀਕਰ ਕਿੰਨੇ ਵਜੇ ਆ ਰਹੇ ਨੇ, ਤੇ ਉਹ ਤੁਸੀਂ ਆਪਣੇ ਮਾਰਕੀਟ ਵਾਚ ਕੈਲੰਡਰ ਦੇ ਵਿੱਚ ਜਾ ਕੇ ਉੱਥੇ ਫਾਈਂਡ ਆਊਟ ਕਰ ਸਕਦੇ ਹੋ। ਸੋ ਇਹ ਸੀ ਆਪਣੀ ਬਿਟਕੋਇਨ ਦੇ ਰਿਲੇਟਡ ਗੱਲਬਾਤ। ਨੈਕਸਟ ਵੀਕਐਂਡ ਦੇ ਬਾਅਦ ਬਲੈਕ ਆਊਟ ਪੀਰੀਅਡ ਸ਼ੁਰੂ ਹੋ ਜਾਣਾ ਫੈਡ ਸਪੀਕਰਸ ਦਾ। ਬਲੈਕ ਆਊਟ ਪੀਰੀਅਡ ਕੀ ਹੁੰਦਾ ਆ ਕਿ ਉਸ ਤੋਂ ਬਾਅਦ ਜਦੋਂ ਤੱਕ ਫੈਡ ਦੀ ਮੀਟਿੰਗ ਨਹੀਂ ਹੁੰਦੀ, ਜਿਹੜੀ ਕਿ ਹੋਣੀ ਹੈ ਮੈਨੂੰ ਲੱਗਦਾ ਮਈ 1-2 ਨੂੰ, ਇਫ ਆਈ ਐਮ ਨਾਟ ਰੋਂਗ, ਮੈਂ ਗੈਸ ਕਰ ਰਿਹਾ ਡੇਟ 100% ਨਹੀਂ ਪਤਾ, ਬਟ FOMC ਦੀ ਮੀਟਿੰਗ ਜੇ ਆਪਾਂ ਇੱਥੇ ਦੇਖ ਹੀ ਲੈਂਦੇ ਹਾਂ ਨੈਕਸਟ
So let me bring this here. FOMC meeting schedule. हाँ जी, मई 2-3 ਨੂੰ ਆ। ਸੋ ਮਈ 2 ਤੇ 3 ਨੂੰ ਹੈਗੀ ਹੈ। ਸੋ ਨੈਕਸਟ ਵੀਕਐਂਡ ਤੇ ਜਾ ਕੇ ਬਲੈਕਆਊਟ ਪੀਰੀਅਡ ਸ਼ੁਰੂ ਹੋ ਜਾਣਾ। ਉਸ ਤੋਂ ਬਾਅਦ ਕਿਸੇ ਨੇ ਵੀ ਫੈਡ ਸਪੀਕਰ ਨੇ ਕੋਈ ਸਪੀਚ ਨਹੀਂ ਦੇਣੀ, ਠੀਕ ਹੈ। ਸੋ ਉਹ ਆਹ ਵਾਲੇ ਵੀਕਐਂਡ ਤੋਂ ਬਾਅਦ ਅੱਗੇ ਅਰਨਿੰਗ ਹੀ ਪਲੇ ਹੋਣਗੀਆਂ ਜ਼ਿਆਦੀਆਂ। ਬਟ ਫੈਡ ਨੂੰ ਇੱਕ ਸਿਗਨਲ ਜਿਹਾ ਮਿਲ ਗਿਆ ਕਿ ਜਿਹੜਾ CPI ਡਾਟਾ ਵਧੀਆ ਆ, PPI ਡਾਟਾ ਵਧੀਆ ਆ, ਜੋਬਲੈਸ ਕਲੇਮ ਦੇਖਦੇ ਆ ਕਿੱਦਾਂ ਦੇ ਆਉਂਦੇ ਆ। ਬਟ ਇਹੀ ਹੈ ਕਿ ਜਿਹੜੀ 0.25% ਇੰਟਰਸਟ ਰੇਟ ਹਾਈਕ ਆ, ਮੈਨੂੰ ਲੱਗਦਾ ਉਹੀ ਹੋਊਗੀ। ਬਟ ਦੇ ਵਿਲ ਬੀ ਵੈਰੀ ਮੱਚ ਪੋਜ਼ੀਟਿਵ ਅਬਾਊਟ ਦਾ ਮਾਰਕੀਟ, ਜਿੰਨਾ ਕੁ ਆਪਾਂ ਕਹਿ ਸਕਦੇ ਹਾਂ। ਐਜ਼ ਲੌਂਗ ਐਜ਼ ਜਿਹੜੀਆਂ ਰੀਜਨਲ ਬੈਂਕਾਂ ਉਹ ਕੋਈ ਜ਼ਿਆਦਾ ਵਾਰਨਿੰਗ ਸਾਈਨ ਜਾਂ ਅਰਨਿੰਗ ਦੇ ਵਿੱਚ ਜ਼ਿਆਦਾ ਨੈਗੇਟਿਵ ਨਹੀਂ ਦਿੰਦੀਆਂ। ਇਨਫਲੇਸ਼ਨ ਦਾ ਜੇ ਆਪਾਂ ਕਰੀਏ ਤਾਂ ਦੇ ਵਿਲ ਬੀ ਕੁਆਇਟ ਹੈਪੀ ਕਿ 5.2% ਦੀ ਐਕਸਪੈਕਟੇਸ਼ਨ ਸੀ ਤੇ 5% ਆਈ ਆ। ਉਹਦੇ ਕਰਕੇ ਮਾਰਕੀਟ ਨੂੰ ਸ਼ਾਇਦ ਉਹ ਹੋਰ ਪੰਪ ਕਰਨ ਉੱਥੋਂ। ਬਟ ਇਹ ਆ ਕਿ ਬੈਂਕਾਂ ਬਹੁਤ ਮੈਟਰ ਕਰਦੀਆਂ ਨਾਲ ਦੀ ਨਾਲ, ਕਿਉਂਕਿ ਪਹਿਲਾਂ ਆਪਣੇ ਕੋਲ ਇੱਕੋ ਕੰਸਰਨ ਹੁੰਦਾ ਸੀ ਫੈਡ ਮੀਟਿੰਗ ਤੋਂ ਪਹਿਲਾਂ, ਇਨਫਲੇਸ਼ਨ। Now we have two things to talk about: inflation, banking crisis, inflation and banking crisis. ਉਹਨਾਂ ਦੋਵਾਂ ਨੂੰ ਕੀ ਐਡਰੈਸ ਕਰਦੇ ਆ ਫੈਡ ਮੀਟਿੰਗ ਦੇ ਵਿੱਚ ਜਾਂ ਆਪਣੇ ਇੰਟਰਸਟ ਰੇਟ ਹਾਈਕ ਤੋਂ ਬਾਅਦ, ਉਹ ਬਹੁਤ ਜ਼ਿਆਦਾ ਮੈਟਰ ਕਰੂਗਾ। ਸੋ ਉਹਦੇ ਬਾਰੇ ਵੀ ਆਪਾਂ ਦੇਖਾਂਗੇ। ਸੋ ਹੋਪਫੁਲੀ ਤੁਸੀਂ ਰਿਵਿਊ ਤੋਂ ਕੁਛ ਨਾ ਕੁਛ ਟੇਕ ਕਰੋਗੇ ਤੇ ਨੈਕਸਟ ਵੀਕ ਦੇ ਵਿੱਚ ਇੰਪਲੀਮੈਂਟ ਕਰੋਗੇ। ਆਪਾਂ ਸਟਾਕਸ ਬਾਰੇ ਗੱਲਬਾਤ ਕੀਤੀ ਆ ਥੋੜ੍ਹਿਆਂ ਬਾਰੇ, ਤੇ ਜੇ ਰਿਵਿਊ ਹੋਰਾਂ ਨਾਲ ਸ਼ੇਅਰ ਕਰਨਾ ਤਾਂ ਆਈ ਵਿਲ ਬੀ ਅਪਡੇਟਿੰਗ ਦਿਸ, ਤੇ ਮੈਂ ਇਹਨੂੰ ਅਪਲੋਡ ਕਰ ਦੂੰਗਾ। ਥੈਂਕ ਯੂ ਸੋ ਮੱਚ, ਟੇਕ ਕੇਅਰ। ਕੱਲ੍ਹ ਨੂੰ ਮਿਲਦੇ ਹਾਂ। ਜਿਨ੍ਹਾਂ ਨੇ ਲਾਈਵ ਸਬਸਕ੍ਰਾਈਬ ਕੀਤਾ ਆ ਉਹ ਲਾਈਵ ਦੇ ਵਿੱਚ ਆਪਣਾ ਆਣ ਕੇ ਟਰੇਡਿੰਗ ਕਰਾਂਗੇ। ਬਾਕੀ ਜਿਹੜੀ ਟੈਲੀਗ੍ਰਾਮ ਦੀ ਆਪਾਂ ਵੌਇਸ ਕਾਲ ਆ ਥੋੜ੍ਹੇ ਟਾਈਮ ਲਈ ਬੰਦ ਕੀਤੀ ਆ, ਬਟ ਆਈ ਵਿਲ ਬੀ ਸਟਾਰਟਿੰਗ ਮੇ ਬੀ ਪ੍ਰੋਬਬਲੀ ਸੂਨ ਬੈਕ, ਨਾਟ ਸ਼ਿਓਰ ਵੈਨ, ਬਟ ਦੇਖਦੇ ਹਾਂ ਉਹਨੂੰ। ਨਾਟ ਦਿਸ ਵੀਕ ਔਰ ਨਾਟ ਦਿਸ ਮੰਥ, ਮੇ ਬੀ ਨੈਕਸਟ ਮੰਥ ਤੋਂ ਸਟਾਰਟ ਕਰੀਏ, ਬਟ ਨਾਟ 100% ਸ਼ਿਓਰ। ਬਾਕੀ ਜੇ ਤੁਸੀਂ ਲਾਈਵ ਟਰੇਡ ਕਰਨਾ ਆਪਣੇ ਨਾਲ ਤਾਂ stocktalkforyou.com ਤੇ ਜਾ ਕੇ ਉੱਥੇ ਸਬਸਕ੍ਰਾਈਬ ਕਰ ਲਿਓ। ਸੋ ਥੈਂਕ ਯੂ, ਹੈਵ ਅ ਗੁੱਡ ਨਾਈਟ।